ਮਿੱਤਰ। ਲੇਖਕ ਸਵੇਟ ਮਾਰਡਨ। ਮਿੱਤਰ ਇੱਕ ਦੂਸਰੇ ਦਾ ਸ਼ੀਸ਼ਾ ਹੁੰਦੇ ਹਨ। ਮਿੱਤਰਾਂ ਨੂੰ ਆਪਸ ਵਿੱਚ ਇੱਕ ਦੂਸਰੇ ਨਾਲ ਖੁੱਲ੍ਹਾ ਅਤੇ ਸਾਫ਼ ਹੋਣਾ ਚਾਹੀਦਾ ਹੈ। ਪਹਾੜੀ ਚਸ਼ਮੇ ਦੀ ਤਰ੍ਹਾਂ ਨਿਰਮਲ ਅਤੇ ਸਵੱਛ। ਮਿੱਤਰਾਂ ਵਿਚਕਾਰ ਕਿਸੇ ਤਰ੍ਹਾਂ ਦਾ ਭੇਦਭਾਵ, ਲਕੋ-ਛਪੋ, ਫਰੇਬ ਜਾਂ ਦਿਖਾਵਟ ਤੇ ਖੁਸ਼ਾਮਦ ਨਹੀਂ ਹੋਣੀ ਚਾਹੀਦੀ। ਜਿਨ੍ਹਾਂ ਲੋਕਾਂ ਨੂੰ ਅੱਜ ਦੁਨੀਆ ਮਹਾਂਪੁਰਸ਼ ਦੀ ਤਰ੍ਹਾਂ ਪੂਜਦੀ ਹੈ, ਉਹਨਾਂ ਦੀ ਅਸਲੀ ਪੂੰਜੀ ਉਹਨਾਂ ਦੇ ਮਿੱਤਰ ਹੀ ਸਨ। ਮਿੱਤਰਾਂ ਦੀ ਤਾਕਤ ਨਾਲ ਹੀ ਮਨੁੱਖ ਉੱਚਾ ਉੱਠਦਾ ਹੈ। ਜਿਹੜਾ ਵੀ ਗੱਭਰੂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰ ਰਿਹਾ ਹੋਵੇ, ਉਸ ਨੂੰ ਇਸ ਤੋਂ ਵੱਡੀ ਕੰਮ ਦੀ ਸਲਾਹ ਕੋਈ ਨਹੀਂ ਦਿੱਤੀ ਜਾ ਸਕਦੀ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਮਿੱਤਰ ਬਣਾਵੇ। ਮਿੱਤਰ ਹੀ ਉਸ ਦੀ ਸਾਖ ਬਿਠਾ ਸਕਦੇ ਹਨ, ਉਸ ਦੀਆਂ ਜੜ੍ਹਾਂ ਮਜ਼ਬੂਤ ਕਰ ਸਕਦੇ ਹਨ ਤੇ ਵਕਤ ਪੈਣ ਦੇ ਉਸ ਦੇ ਕੰਮ ਆ ਸਕਦੇ ਹਨ। ਅਕਸਰ ਮਿੱਤਰਾਂ ਦੀ ਮਦਦ ਨਾਲ ਹੀ ਅਜਿਹੇ ਵਿਗੜੇ ਕੰਮ ਸਵਰ ਜਾਂਦੇ ਹਨ ਜਿਹੜੇ ਹਜ਼ਾਰਾਂ ਲੱਖਾਂ ਰੁਪਈਆ ਖਰਚ ਕੇ ਵੀ ਨਹੀਂ ਬਣ ਸਕਦੇ। ਇਤਿਹਾਸ ਵਿੱਚ ਅਜਿਹੇ ਅਣਗਿਣਤ ਪ੍ਰਮਾਣ ਹਨ ਜਿਨ੍ਹਾਂ ਤੋਂ ਮਿੱਤਰਤਾ ਦਾ ਚਮਤਕਾਰੀ ਪ੍ਰਭਾਵ ਸਿੱਧ ਹੁੰਦਾ ਹੈ। ਇਤਿਹਾਸ ਵਿੱਚ ਹੀ ਕਿਉਂ, ਇਸ ਸਮੇਂ ਵੀ ਸਾਡੇ ਆਪਣੇ ਚਾਰੋਂ ਪਾਸੇ ਅਣਗਿਣਤ ਲੋਕ ਮੌਜੂਦ ਹਨ ਜਿਨ੍ਹਾਂ ਨੂੰ ਅੱਜ ਸਫਲ ਕਿਹਾ ਜਾਂਦਾ ਹੈ ਅਤੇ ਉਹਨਾਂ ਦੀ ਸਫਲਤਾ ਦਾ ਸਿਹਰਾ ਉਹਨਾਂ ਦੇ ਮਿੱਤਰਾਂ ਦੇ ਸਿਰ 'ਤੇ ਹੈ। ਜੇ ਮਿੱਤਰਾਂ ਨੇ ਢੋਈ ਨਾ ਲਾਈ ਹੁੰਦੀ ਤਾਂ ਉਹ ਕਦੋਂ ਦੇ ਨਿਰਾਸ਼ ਹੋ ਕੇ ਬੁੱਝ ਚੁੱਕੇ ਹੁੰਦੇ। ਹਰ ਰੋਜ਼ ਅਖਬਾਰਾਂ ਵਿੱਚ ਜਿਨ੍ਹਾਂ ਸੈਂਕੜੇ ਲੋਕਾਂ ਦੀ ਪ੍ਰਸ਼ੰਸਾ ਛਪਦੀ ਹੈ, ਦੁਨੀਆ ਭਰ ਵਿੱਚ ਜਿਨ੍ਹਾਂ ਦੀ ਇੱਜ਼ਤ ਤੇ ਪ੍ਰਸਿੱਧੀ ਹੈ, ਉਹਨਾਂ ਨੂੰ ਉਸ ਯੋਗ ਬਣਾਉਣ ਵਿੱਚ ਆਮ ਤੌਰ 'ਤੇ ਉਹਨਾਂ ਦੇ ਮਿੱਤਰਾਂ ਦਾ ਹੀ ਹੱਥ ਹੁੰਦਾ ਹੈ। ਆਮ ਆਦਮੀ ਇਹ ਕਦੇ ਮਹਿਸੂਸ ਨਹੀਂ ਕਰਦਾ ਕਿ ਉਹਨਾਂ ਦੀ ਸਫਲਤਾ ਵਿੱਚ ਉਹਨਾਂ ਦੇ ਮਿੱਤਰਾਂ ਦਾ ਕਿੰਨਾ ਵੱਡਾ ਹੱਥ ਹੈ। ਉਹ ਇਸ ਭਰਮ ਵਿੱਚ ਹੀ ਰਹਿੰਦੇ ਹਨ ਕਿ ਉਹਨਾਂ ਨੇ ਜੋ ਵੀ ਬਣਾਇਆ ਹੈ ਸਭ ਆਪਣੇ ਜ਼ੋਰ ਨਾਲ ਹੀ ਬਣਾਇਆ ਹੈ। ਉਹ ਆਪਣੀ ਹੀ ਮਿਹਨਤ ਤੇ ਅਕਲ ਨੂੰ ਦਾਤ ਦਿੰਦੇ ਹਨ, ਪਰ ਇਹ ਭਰਮ ਹੈ ਕਿਉਂਕਿ ਉਹ ਅਜਿਹਾ ਸੋਚਦੇ ਸਮੇਂ ਇਹ ਵੀ ਭੁੱਲ ਜਾਂਦੇ ਹਨ ਕਿ ਉਹਨਾਂ ਨੂੰ ਤਾਂ ਮਿਹਨਤ ਕਰਨ ਦੀ ਪ੍ਰੇਰਨਾ ਵੀ ਮਿੱਤਰਾਂ ਨੇ ਹੀ ਦਿੱਤੀ ਸੀ ਅਤੇ ਉਹਨਾਂ ਮਿੱਤਰਾਂ ਦੀ ਪ੍ਰਸ਼ੰਸਾ ਨੇ ਹੀ ਉਹਨਾਂ ਨੂੰ ਹਰਮਨ ਪਿਆਰਾ ਬਣਾਇਆ ਹੁੰਦਾ ਹੈ। ਕੋਈ ਨੌਜਵਾਨ ਵਕੀਲ ਨਵੀਂ ਵਕਾਲਤ ਸ਼ੁਰੂ ਕਰਦਾ ਹੈ ਤਾਂ ਉਹਨਾਂ ਦਿਨਾਂ ਵਿੱਚ ਉਸ ਕੋਲ ਮਿੱਤਰ ਬਣਾਉਣ ਲਈ ਬਹੁਤ ਸਮਾਂ ਹੁੰਦਾ ਹੈ। ਉਸ ਨੂੰ ਇਸ ਵਕਤ ਦਾ ਪ੍ਰਯੋਗ ਕਰਨਾ ਵੀ ਇਸ ਕੰਮ ਲਈ ਚਾਹੀਦਾ ਹੈ ਕਿਉਂਕਿ ਮਿੱਤਰ ਹੀ ਉਸ ਦੀ ਚਰਚਾ ਦੂਜੇ ਲੋਕਾਂ ਕੋਲ ਕਰਨਗੇ, ਉਸ ਦੀ ਵਾਕਫੀਅਤ ਵਧਾਉਣਗੇ ਤੇ ਇਸ ਸਭ ਦੇ ਸਦਕੇ ਹੀ ਉਸ ਨੂੰ ਨਵੇਂ ਮੁਕੱਦਮੇ ਮਿਲਣਗੇ। ਭਾਵੇਂ ਉਹ ਕਿੰਨਾ ਹੀ ਹੁਸ਼ਿਆਰ ਹੋਵੇ, ਭਾਵੇਂ ਕਿੰਨਾ ਹੀ ਯੋਗ ਅਤੇ ਮਿਹਨਤੀ ਹੋਵੇ, ਜੇ ਮਿੱਤਰ ਉਸ ਦੇ ਇਹਨਾਂ ਗੁਣਾਂ ਦੀ ਪ੍ਰਸ਼ੰਸਾ ਨਾ ਕਰਨ ਤਾਂ ਨਵੇਂ ਵਕੀਲ ਨੂੰ ਕੰਮ ਮਿਲਣਾ ਔਖਾ ਹੀ ਰਹਿੰਦਾ ਹੈ। ਅਜਿਹੀ ਹੀ ਹਾਲਤ ਨਵੇਂ ਡਾਕਟਰ ਦੀ ਵੀ ਹੁੰਦੀ ਹੈ। ਉਸ ਦੀ ਪ੍ਰੈਕਟਿਸ ਚੱਲਣ ਲਈ ਉਸ ਦੀ ਪ੍ਰਸਿੱਧੀ ਹੋਣੀ ਜ਼ਰੂਰੀ ਹੈ। ਇਹ ਪ੍ਰਸਿੱਧੀ ਉਸ ਨੂੰ ਉਸ ਦੇ ਮਿੱਤਰਾਂ ਦਾ ਦਾਇਰਾ ਹੀ ਦੇ ਸਕਦਾ ਹੈ। ਪਰੰਤੂ ਮਿੱਤਰਤਾ ਦਾ ਸਿਰਫ ਇਹੀ ਪੱਖ ਨਹੀਂ ਹੈ। ਸਿਰਫ ਭੌਤਿਕ ਲਾਭ ਵਾਸਤੇ ਮਿੱਤਰਤਾ ਹਾਸਲ ਕਰਨੀ ਮਿੱਤਰਤਾ ਦੀ ਹੇਠੀ ਕਰਨੀ ਹੈ। ਮਨੁੱਖ ਦੇ ਪੂਰੇ ਕਿਰਦਾਰ ਦੇ ਵਿਕਾਸ ਵਿੱਚ ਸਦਾ ਹੀ ਮਿੱਤਰਤਾ ਦੀ ਬਹੁਤ ਦੇਣ ਹੁੰਦੀ ਹੈ। ਮਿੱਤਰਤਾ ਹੀ ਮਨੁੱਖ ਦਾ ਭਾਗ ਬਣਾਉਂਦੀ ਹੈ ਜਾਂ ਵਿਗਾੜਦੀ ਹੈ। ਮਿੱਤਰਾਂ ਨੂੰ ਅਣਡਿੱਠੇ ਕਰਨਾ ਆਪਣੇ ਸੁਭਾਗ ਨੂੰ ਦੁਤਕਾਰਨਾ ਹੈ। ਆਮ ਕਹਾਵਤ ਹੈ ਕਿ ਮਨੁੱਖ ਦੀ ਪਰਖ ਉਸ ਦੇ ਮਿੱਤਰਾਂ ਤੋਂ ਜਿਨ੍ਹਾਂ ਦੀ ਉਹ ਸੋਹਬਤ ਵਿੱਚ ਰਹਿੰਦਾ ਹੈ ਜਾਂ ਉਹਨਾਂ ਪੁਸਤਕਾਂ ਤੋਂ ਜਿਹੜੀਆਂ ਉਹ ਪੜ੍ਹਦਾ ਹੈ ਤੋਂ ਕੀਤੀ ਜਾ ਸਕਦੀ ਹੈ। ਝੂਠੇ ਲੋਕਾਂ ਦੇ ਨਾਲ ਮਿੱਤਰਤਾ ਰੱਖਣ ਵਾਲਾ ਝੂਠਾ ਸਮਝਿਆ ਜਾਂਦਾ ਹੈ। ਸਨਕੀਆਂ ਦਾ ਦੋਸਤ ਸਨਕੀ, ਸ਼ਰਾਬੀਆਂ ਦਾ ਸੰਗੀ ਸ਼ਰਾਬੀ, ਜੁਆਰੀਆਂ ਦਾ ਸਾਥੀ ਜੁਆਰੀ ਮੰਨਿਆ ਜਾਂਦਾ ਹੈ। ਮਨੁੱਖ ਦੇ ਚਰਿੱਤਰ ਦੀ ਪਰਖ ਵਿੱਚ ਮਿੱਤਰਤਾ ਕਿੰਨੀ ਅਹਿਮੀਅਤ ਰੱਖਦੀ ਹੈ, ਇਹ ਹਰ ਕੋਈ ਜਾਣਦਾ ਹੈ। ਸਾਡੇ ਸਭ ਤੋਂ ਚੰਗੇ ਮਿੱਤਰ ਉਹ ਲੇਖਕ ਹਨ ਜਿਨ੍ਹਾਂ ਦੀਆਂ ਪੁਸਤਕਾਂ ਅਸੀਂ ਚਾਅ ਨਾਲ ਪੜ੍ਹਦੇ ਹਾਂ। ਲੇਖਕ ਅਜਿਹਾ ਮਹਾਨ ਤੇ ਪ੍ਰਭਾਵਸ਼ਾਲੀ ਮਿੱਤਰ ਹੁੰਦਾ ਹੈ ਜਿਹੜਾ ਆਪਣੇ ਪਾਠਕਾਂ ਤੇ ਆਪਣੀ ਕਲਮ ਦੇ ਜ਼ੋਰ ਨਾਲ, ਵਿਚਾਰਾਂ ਦੇ ਅਸੀਮਤ ਪ੍ਰਭਾਵ ਨਾਲ ਪਾਠਕਾਂ ਦੀ ਜ਼ਿੰਦਗੀ ਦਾ ਰੁਖ ਮੋੜ ਦਿੰਦਾ ਹੈ। ਜ਼ਿੰਦਗੀ ਵਿੱਚ ਸਾਨੂੰ ਅਜਿਹੇ ਮਨੁੱਖ ਦੀ ਬਹੁਤ ਜ਼ਰੂਰਤ ਹੁੰਦੀ ਹੈ
ਜਿਹੜਾ ਸਾਡੇ ਅੰਦਰਲੀ ਕਾਬਲੀਅਤ, ਮੁਹਾਰਤ ਅਤੇ ਪ੍ਰਤਿਭਾ ਨੂੰ ਉਜਾਗਰ ਕਰਕੇ ਸਾਨੂੰ ਸਾਡੀ ਸਮਰੱਥਾ ਤੋਂ ਜਾਣੂ ਕਰਵਾ ਸਕੇ, ਤੇ ਇਹ ਕੰਮ ਮਿੱਤਰ ਹੀ ਕਰ ਸਕਦਾ ਹੈ। ਮਨੁੱਖੀ ਸੁਭਾਅ ਹੀ ਅਜਿਹਾ ਹੈ ਕਿ ਕੁਝ ਦੇ ਸਾਥ ਵਿੱਚੋਂ ਤਾਂ ਉਹ ਆਨੰਦ, ਆਜ਼ਾਦੀ ਅਤੇ ਖੁਸ਼ੀ ਨੂੰ ਮਾਣਦਾ ਹੈ, ਅਤੇ ਕੁਝ ਦੇ ਸਾਥ ਵਿੱਚ ਉਹ ਘੁੱਟਿਆ, ਹੀਣ ਅਤੇ ਫਸਿਆ ਮਹਿਸੂਸ ਕਰਦਾ ਹੈ। ਕੁਝ ਲੋਕ ਸੱਚਮੁੱਚ ਹੀ ਇੰਨੇ ਜਿੰਦਾ ਦਿਲ ਅਤੇ ਅਗਾਂਹ-ਵਧੂ ਹੁੰਦੇ ਹਨ ਕਿ ਉਹਨਾਂ ਦੇ ਸਰੀਰ ਵਿੱਚ ਫੁਰਤੀ ਤੇ ਨਵੀਂ ਸ਼ਕਤੀ ਦਾ ਸੰਚਾਰ ਕਰ ਦਿੰਦੇ ਹਨ। ਉਹਨਾਂ ਦੇ ਨਾਲ ਬੀਤੀਆਂ ਘੜੀਆਂ ਵਿੱਚ ਅਸੀਂ ਨਵੇਂ ਉਤਸ਼ਾਹ ਦੀ ਸਿਰਜਣਾ ਮਹਿਸੂਸ ਕਰਦੇ ਹਾਂ। ਉਹਨਾਂ ਦੀ ਹਾਜ਼ਰੀ ਹੀ ਸਾਨੂੰ ਕੁਝ ਅਜਿਹਾ ਸੋਚਣ ਤੇ ਕਹਿਣ ਦੇ ਸਮਰੱਥ ਕਰ ਦਿੰਦੀ ਹੈ ਜਿਹੜਾ ਕਿ ਉਹਨਾਂ ਤੋਂ ਬਿਨਾਂ ਅਸੰਭਵ ਹੀ ਹੁੰਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੋਈ ਅਜਿਹਾ ਹੈ ਜਿਹੜਾ ਮੇਰੀ ਸੁੱਤੀ ਹੋਈ ਸ਼ਕਤੀ ਨੂੰ ਝਕਝੋਰ ਜਾਂਦਾ ਹੈ, ਵਿਚਾਰਾਂ ਨੂੰ ਉਭਾਰ ਜਾਂਦਾ ਹੈ, ਖੁੰਡੇ ਨੂੰ ਤਿੱਖਾ ਕਰ ਜਾਂਦਾ ਹੈ ਤੇ ਮੇਰੀ ਚੁੱਪ ਨੂੰ ਤੋੜ ਕੇ ਇੱਕ ਤਾਕਤਵਰ ਜ਼ਬਾਨ ਦੇ ਜਾਂਦਾ ਹੈ। ਮੇਰੀ ਅੰਦਰੂਨੀ ਕਵਿਤਾ ਨੂੰ ਸ਼ਬਦ ਦੇ ਜਾਂਦਾ ਹੈ ਤੇ ਮੇਰੇ ਅੰਦਰਲੇ ਸਭ ਅਣਕਹੇ ਕਹਿਣ ਤੇ ਮਜਬੂਰ ਕਰ ਜਾਂਦਾ ਹੈ। ਤੇ ਦੂਜੇ ਪਾਸੇ ਕੋਈ ਅਜਿਹਾ ਵੀ ਹੈ ਜਿਸ ਦੇ ਸਾਹਮਣੇ ਆਉਂਦਿਆਂ ਹੀ ਮੇਰੀ ਜਾਗੀ ਸ਼ਕਤੀ ਸੌਂ ਜਾਂਦੀ ਹੈ। ਮੇਰਾ ਸਾਰਾ ਉਤਸ਼ਾਹ ਬੁਲਬੁਲੇ ਦੀ ਤਰ੍ਹਾਂ ਫਟ ਜਾਂਦਾ ਹੈ। ਮੈਂ ਇਕੱਠਾ ਹੋ ਕੇ ਆਪਣੇ ਖੋਲ ਅੰਦਰ ਲੁਕਣ ਦੀ ਕੋਸ਼ਿਸ਼ ਕਰਨ ਲੱਗਦਾ ਹਾਂ ਤੇ ਅਜਿਹਾ ਲੱਗਦਾ ਹੈ ਕਿ ਸਾਰੇ ਵਿਚਾਰਾਂ ਨੂੰ ਲਕਵਾ ਮਾਰ ਗਿਆ ਹੈ ਤੇ ਹਰ ਭਾਵਨਾ ਬਿਮਾਰ ਹੋ ਗਈ ਹੈ। ਜ਼ੁਬਾਨ ਬੰਦ ਹੋ ਜਾਂਦੀ ਹੈ ਤੇ ਪੂਰਾ ਕਿਰਦਾਰ ਬੌਣਾ ਹੋ ਗਿਆ ਹੈ। ਦੋਸਤੀ ਕਦੇ ਇੱਕ ਪਾਸੜ ਨਹੀਂ ਹੁੰਦੀ। ਇਹ ਕਦੀ ਨਹੀਂ ਹੋ ਸਕਦਾ ਕਿ ਮੈਂ ਆਪ ਸਭ ਕੁਝ ਪਾਉਣਾ ਚਾਹਾਂ ਪਰ ਦੇਣਾ ਕੁਝ ਨਾ ਚਾਹਾਂ। ਇਹ ਵੀ ਨਹੀਂ ਹੋ ਸਕਦਾ ਕਿ ਲਗਾਤਾਰ ਦਿੰਦਾ ਹੀ ਰਹਾਂ ਤੇ ਕੁਝ ਵੀ ਪ੍ਰਾਪਤ ਨਾ ਕਰਾਂ। ਇੱਕ ਪਾਸੜ ਹਾਲਤ ਆਖਰ ਕਿੰਨੀ ਦੇਰ ਚੱਲ ਸਕਦੀ ਹੈ? ਮਿੱਤਰ ਬਣਾਉਣ ਲਈ ਮਨੁੱਖ ਨੂੰ ਮਿੱਤਰਤਾ ਦੇ ਕਾਬਲ ਬਣਨਾ ਪੈਂਦਾ ਹੈ। ਮਿੱਤਰਤਾ ਦੇ ਯੋਗ ਬਣਨ ਲਈ ਕੁਝ ਗੁਣ ਪੈਦਾ ਕਰਨੇ ਪੈਂਦੇ ਹਨ। ਜੇ ਤੁਸੀਂ ਸਵਾਰਥੀ ਹੋ ਤਾਂ ਤੁਹਾਨੂੰ ਕੋਈ ਪਸੰਦ ਨਹੀਂ ਕਰੇਗਾ, ਤੇ ਜੇ ਕੋਈ ਪਸੰਦ ਨਹੀਂ ਕਰੇਗਾ ਤਾਂ ਮਿੱਤਰ ਕਿਵੇਂ ਬਣੇਗਾ? ਤੁਹਾਨੂੰ ਖੁੱਲ੍ਹਦਿਲੇ, ਸਹਿਣਸ਼ੀਲ ਤੇ ਖੁਸ਼ ਤਬੀਅਤ ਹੋਣਾ ਚਾਹੀਦਾ ਹੈ ਤੇ ਨਾਲ ਹੀ ਹੌਸਲਾਮੰਦ, ਨਿਡਰ ਤੇ ਅਗਾਂਹ-ਵਧੂ ਹੋਣਾ ਚਾਹੀਦਾ ਹੈ। ਡਰਪੋਕ ਤੇ ਦੱਬੂ ਨੂੰ ਕੋਈ ਪਸੰਦ ਨਹੀਂ ਕਰਦਾ। ਆਤਮ ਵਿਸ਼ਵਾਸ ਦਾ ਹੋਣਾ ਸਦੀਵੀ ਮਿੱਤਰਤਾ ਲਈ ਬਹੁਤ ਜ਼ਰੂਰੀ ਹੈ। ਜੇ ਤੁਹਾਨੂੰ ਆਪਣੇ ਆਪ ਤੇ ਹੀ ਵਿਸ਼ਵਾਸ ਨਹੀਂ ਹੈ ਤਾਂ ਤੁਸੀਂ ਕਿਸੇ ਹੋਰ ਤੇ ਕੀ ਆਸ ਕਰ ਸਕਦੇ ਹੋ ਕਿ ਉਹ ਤੁਹਾਡੇ ਤੇ ਵਿਸ਼ਵਾਸ ਕਰੇ? ਮਿੱਤਰਤਾ ਦੀ ਭਾਵਨਾ ਨੂੰ ਸ਼ਬਦਾਂ ਵਿੱਚ ਜ਼ੁਬਾਨ ਰਾਹੀਂ ਪ੍ਰਗਟ ਕਰਨਾ ਵੀ ਮਿੱਤਰਤਾ ਨੂੰ ਮਜ਼ਬੂਤ ਬਣਾਉਂਦਾ ਹੈ। ਜੇ ਤੁਸੀਂ ਕਿਸੇ ਨੂੰ ਮਿੱਤਰ ਮੰਨ ਚੁੱਕੇ ਹੋ ਤਾਂ ਉਸ ਨੂੰ ਖੁੱਲ੍ਹ ਕੇ ਕਹੋ ਕਿ ਮੈਂ ਤੇਰਾ ਸੱਚਾ ਦੋਸਤ ਹਾਂ, ਤੇ ਜੇ ਤੁਹਾਨੂੰ ਉਸ ਦੇ ਸਾਥ ਵਿੱਚ ਖੁਸ਼ੀ ਪ੍ਰਾਪਤ ਹੁੰਦੀ ਹੈ ਤਾਂ ਇਹ ਕਹਿ ਦੇਣ ਦੇ ਵਿੱਚ ਝਿਜਕ ਹੋਵੇਗੀ ਕਿਉਂ? ਲੇਖਕ ਸਵੇਟ ਮਾਰਡਨ, ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਸੰਸਾਰ ਪ੍ਰਸਿੱਧ ਲਿਖਤਾਂ ਨੂੰ ਪੰਜਾਬੀ ਬੋਲੀ ਵਿੱਚ ਸੁਣਨ ਵਾਸਤੇ ਪੰਜਾਬੀ ਬੁੱਕ ਹਾਊਸ ਚੈਨਲ ਸਬਸਕ੍ਰਾਈਬ ਕਰੋ।